हेलो स्टूडेंट्स। हाँ जी बेटा, अपना जो चैप्टर चल रहा रशियन रेवोल्यूशन। द नेक्स्ट वी आर टॉकिंग अबाउट द फर्स्ट वर्ल्ड वॉर एंड द रशियन एम्पायर। 1904 ਦੇ ਵਿੱਚ ਰਾਜੇ ਫਸਟ ਵਰਲਡ ਵਾਰ ਸਟਾਰਟ ਹੋ ਗਈ ਸੀ। ਠੀਕ ਹੈ। ਦ ਰਸ਼ੀਅਨ ਆਰਮੀ ਵਾਜ਼ ਲਾਰਜੈਸਟ ਆਰਮੀ ਇਨ ਦ ਵਰਲਡ। ਦ ਵਾਰ ਵਾਜ਼ ਇਨੀਸ਼ੀਅਲੀ ਵੈਰੀ ਪਾਪੂਲਰ ਬਟ ਲੇਟਰ ਦ ਸਪੋਰਟ ਗ੍ਰਿਊ ਥਿਨ। ਸ਼ੁਰੂ ਦੇ ਵਿੱਚ ਕੀ ਸੀ, ਰਸ਼ੀਅਨ ਆਰਮੀ ਰਾਜੇ ਬਹੁਤ ਵੱਡੀ ਆਰਮੀ ਸੀ ਵਰਲਡ ਦੀ, ਤਾਂ ਲੋਕ ਜਿਹੜੇ ਆ ਵਾਰ ਦੀ ਸਪੋਰਟ ਕਰਦੇ ਸੀ। ਠੀਕ ਹੈ। ਯੂਰਪ ਦੇ ਵਿੱਚ ਜਿਹੜੀਆਂ ਸੈਂਟਰਲ ਪਾਵਰਸ ਸੀ, ਜਿਵੇਂ ਰਸ਼ੀਆ, ਜਿਹੜੀ ਜਰਮਨੀ, ਫਰਾਂਸ, ਠੀਕ ਹੈ, ਹੋਰ ਵੀ ਕਿੰਨੇ ਸਾਰੇ ਕੰਟਰੀਜ਼ ਨੇ, ਇਹਨਾਂ ਸਾਰਿਆਂ ਦੇ ਵਿੱਚ ਕੀ ਹੈ, ਵਾਰ ਸ਼ੁਰੂ ਹੋ ਗਈ। ਸੈਂਟਰਲ ਪਾਵਰ ਇੱਕ ਪਾਸੇ ਸੀ ਔਰ ਫਰਾਂਸ, ਜਰਮਨੀ ਵਗੈਰਾ ਦੂਸਰੇ ਪਾਸੇ ਸੀ। ਠੀਕ ਹੈ। ਤਾਂ ਇਹ ਜਿਹੜੀ ਵਾਰ ਸ਼ੁਰੂ ਹੋਈ, ਇਸ ਤੋਂ ਬਿਨਾਂ ਯੂਰਪ ਦੇ ਬਾਹਰ ਵੀ ਜਿਹੜੀ ਹੈ ਵਾਰ ਬਹੁਤ ਜ਼ਿਆਦਾ ਪਾਪੂਲਰ ਹੋ ਗਈ ਸੀ। ਹੋਰ ਵੀ ਕਈ ਸਾਰੇ ਕੰਟਰੀਜ਼ ਦੇ ਵਿੱਚ ਵਾਰ ਸ਼ੁਰੂ ਹੋ ਗਈ ਸੀ, ਜਿਹਨੂੰ ਅਸੀਂ ਫਸਟ ਵਰਲਡ ਵਾਰ ਦਾ ਨਾਮ ਦਿੰਦੇ ਹਾਂ। ਐਂਟੀ ਜਰਮਨ ਸੈਂਟੀਮੈਂਟਸ ਰੈਨ ਹਾਈ। ਤਾਂ ਉੱਥੇ ਕੀ ਸੀ ਰਾਜੇ, ਹੌਲੀ ਹੌਲੀ ਕੀ ਹੋਇਆ, ਜਿਹੜੀ ਰਸ਼ੀਅਨ ਆਰਮੀ ਸੀ ਸ਼ੁਰੂ ਦੇ ਵਿੱਚ ਬੇਸ਼ੱਕ ਬਹੁਤ ਜ਼ਿਆਦਾ ਉੱਥੇ ਸਪੋਰਟ ਮਿਲ ਰਹੀ ਸੀ ਵਾਰ ਦੇ ਵਿੱਚ ਲੋਕਾਂ ਦੀ, ਲੇਕਿਨ ਫਿਰ ਉਹ ਲੋਕ ਜਿਹੜੇ ਆ ਉਸਦੇ ਐਂਟੀ ਹੋ ਗਏ। ਠੀਕ ਹੈ। ਲੋਕ ਜਿਹੜੇ ਨਹੀਂ ਚਾਹੁੰਦੇ ਸੀ ਕਿ ਵਾਰ ਹੋਰ ਜ਼ਿਆਦਾ ਮਤਲਬ ਕੰਟੀਨਿਊ ਰੱਖੀ ਜਾਵੇ। ਰਸ਼ੀਅਨ ਆਰਮੀਜ਼ ਲੋਸਟ ਬੈਡਲੀ ਇਨ ਜਰਮਨੀ ਐਂਡ ਆਸਟਰੀਆ। ਜਰਮਨੀ ਆਸਟਰੀਆ ਦੇ ਵਿੱਚ ਜਿਹੜੀਆਂ ਰਸ਼ੀਆ ਦੇ ਜਿਹੜੇ ਫੌਜਾਂ ਸੀ ਬਹੁਤ ਬੁਰੀ ਤਰ੍ਹਾਂ ਹਾਰ ਗਈਆਂ ਸੀ। ਦੇਅਰ ਵਰ 7 ਮਿਲੀਅਨ ਕੈਜੂਅਲਟੀਜ਼ ਐਂਡ 3 ਮਿਲੀਅਨ ਰਿਫਿਊਜ਼ੀਜ਼ ਇਨ ਰਸ਼ੀਆ। ਇੰਨੇ ਮਤਲਬ ਬਹੁਤ ਜ਼ਿਆਦਾ ਲੋਕ ਜਿਹੜੇ ਆ ਰਿਫਿਊਜ਼ੀ ਬੇਘਰ ਹੋ ਗਏ ਸੀ। ਵਾਰ ਦਾ ਇੰਨਾ ਬੁਰਾ ਅਸਰ ਰਸ਼ੀਆ ਦੇ ਉੱਪਰ ਪਿਆ ਸੀ ਕਿ ਇੱਥੋਂ ਦੀ ਸਾਰੀ ਇੰਡਸਟਰੀ ਡਿਸਟਰੋਏ ਹੋ ਗਈ। ਠੀਕ ਹੈ। ਲੋਕਾਂ ਦੀ ਕੰਡੀਸ਼ਨ ਜਿਹੜੀ ਆ ਬਹੁਤ ਵਰਸ ਹੋ ਗਈ ਸੀ, ਲੋਕ ਬੇਘਰ ਹੋ ਗਏ ਸੀ। ਤਾਂ ਉੱਥੋਂ ਦੀਆਂ ਰੇਲਵੇ ਲਾਈਨਸ ਵਗੈਰਾ ਟੁੱਟ ਚੁੱਕੀਆਂ ਸੀ। ਠੀਕ ਹੈ। ਬਹੁਤ ਕੁਝ ਜਿਹੜਾ ਬਲੌਕ ਕਰ ਦਿੱਤਾ ਗਿਆ ਸੀ, ਕਿਉਂਕਿ ਰਸ਼ੀਆ ਉਹਨਾਂ ਦੇ ਹੱਥੋਂ ਹਾਰ ਗਿਆ ਸੀ। ਤਾਂ ਇਸ ਚੀਜ਼ ਦੇ ਕਰਕੇ ਬਹੁਤ ਜਿਹੜਾ ਕੰਡੀਸ਼ਨ ਜਿਹੜੀ ਆ ਉਹ ਬੁਰੀ ਹੋ ਗਈ ਸੀ। ਲੋਕਾਂ ਨੂੰ ਰੋਜ਼ੀ ਰੋਟੀ ਦੇ ਆਪਾਂ ਕਹਿ ਸਕਦੇ ਹਾਂ ਕਿ ਲਾਲੇ ਪੈ ਗਏ ਸੀ। ਲੋਕਾਂ ਨੂੰ ਰੋਟੀ ਵੀ ਨਸੀਬ ਹੋਣੀ ਪੋਸੀਬਲ ਨਹੀਂ ਸੀ। ਵਾਰ ਵਾਜ਼ ਆਲਸੋ ਇਫੈਕਟਡ ਦ ਇੰਡਸਟਰੀ ਵੀ ਬਹੁਤ ਬੁਰੀ ਤਰ੍ਹਾਂ ਇਸ ਲੜਾਈ ਨਾਲ ਪ੍ਰਭਾਵਿਤ ਹੋਈ ਸੀ। ਦੇਅਰ ਵਾਜ਼ ਅ ਸ਼ਾਰਟੇਜ ਆਫ ਲੇਬਰ, ਰੇਲਵੇ ਲਾਈਨਸ ਵਰ ਸ਼ਟ ਡਾਊਨ ਐਂਡ ਸਮॉल ਵਰਕਸ਼ਾਪਸ ਵਰ ਕਲੋਜ਼ ਡਾਊਨ। ਦੇਅਰ ਵਾਜ਼ ਅ ਸ਼ਾਰਟੇਜ ਆਫ ਗ੍ਰੇਨ, ਐਗਰੀਕਲਚਰਲ production slumped and thus there was crisis in the food supply। ਮੀਨਸ ਕਿ ਲੋਕਾਂ ਨੂੰ ਫੂਡ ਸਪਲਾਈ ਦੇ ਵਿੱਚ ਵੀ ਬਹੁਤ ਜ਼ਿਆਦਾ ਮੁਸ਼ਕਿਲਾਂ ਆ ਰਹੀਆਂ ਸੀ। ਰੋਟੀ ਵੀ ਲੋਕਾਂ ਨੂੰ ਨਹੀਂ ਮਿਲ ਰਹੀ ਸੀ। ਬਹੁਤ ਜ਼ਿਆਦਾ ਮਤਲਬ ਗ੍ਰੇਨਸ ਵਗੈਰਾ ਦੀ ਸ਼ਾਰਟੇਜ ਪੈ ਗਈ ਸੀ। ਜਿਹੜੇ ਐਗਰੀਕਲਚਰਲ ਪ੍ਰੋਡਕਸ਼ਨ ਸੀ ਸਾਰੇ ਦੇ ਸਾਰੇ ਤਬਾਹ ਹੋ ਚੁੱਕੇ ਸੀ। ਕੁਛ ਤਾਂ ਲੜਾਈ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਤਬਾਹੀ ਹੋ ਗਈ ਸੀ। ਉਸ ਤੋਂ ਪਿੱਛੋਂ ਰਸ਼ੀਅਨ ਆਰਮੀ ਜਿਹੜੀ ਹੈ ਬਹੁਤ ਜ਼ਿਆਦਾ ਮਤਲਬ ਕੀ ਕਹਿ ਸਕਦੇ ਹਾਂ ਡੀਮੋਰਲਾਈਜ਼ ਹੋ ਗਈ ਸੀ। ਤਾਂ ਉਹਨਾਂ ਲੋਕਾਂ ਨੇ ਆਪ ਹੀ ਇਸ ਚੀਜ਼ ਨੂੰ ਤਬਾਹ ਕਰ ਦਿੱਤਾ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਹੁਣ ਇਹ ਸਾਰਾ ਜਿਹੜਾ ਉਹਨਾਂ ਦਾ ਪ੍ਰੋਡਕਸ਼ਨ ਹੈ ਉਹ ਜਰਮਨੀ ਦੇ ਹੱਥਾਂ ਵਿੱਚ, ਉਹਨਾਂ ਲੋਕਾਂ ਦੇ ਹੱਥ, ਆਸਟਰੀਆ ਦੇ ਜਰਮਨੀ ਦੇ ਕੋਲੇ ਚਲਿਆ ਜਾਵੇਗਾ। ਤਾਂ ਇਸ ਕਰਕੇ ਲੋਕ ਜਿਹੜੇ ਆ ਕੁਛ ਜਾਂ ਪਹਿਲਾਂ ਹੀ ਡਿਸਟਰੋਏ ਹੋ ਗਈਆਂ, ਕੁਛ ਲੋਕਾਂ ਨੇ ਗੁੱਸੇ ਦੇ ਵਿੱਚ ਆ ਕੇ ਡਿਸਟਰੋਏ ਕਰ ਦਿੱਤੀਆਂ ਸੀ। ਠੀਕ ਹੈ। ਬਹੁਤ ਸਾਰੀਆਂ ਜਿਹੜੀਆਂ ਛੋਟੀਆਂ ਮੋਟੀਆਂ ਦੁਕਾਨਾਂ ਵਗੈਰਾ ਸੀ ਬੰਦ ਕਰ ਦਿੱਤੀਆਂ ਗਈਆਂ ਸੀ। ਰੇਲਵੇ ਲਾਈਨਸ ਜਿਹੜੀਆਂ ਨੇ ਬਲੌਕ ਕਰ ਦਿੱਤੀਆਂ ਗਈਆਂ ਸੀ। ਤਾਂ ਲੇਬਰ ਦੀ ਸ਼ਾਰਟੇਜ ਸੀ, ਕਿਉਂਕਿ ਇੰਡਸਟਰੀ ਜਿਹੜੀ ਹੈ ਤਬਾਹ ਹੋ ਚੁੱਕੀ ਸੀ। ਤਾਂ ਲੋਕਾਂ ਕੋਲ ਮੀਨਸ ਕੋਈ ਕੰਮ ਨਹੀਂ ਸੀ ਰੋਜ਼ੀ ਰੋਟੀ ਕਮਾਉਣ ਵਾਸਤੇ। ਠੀਕ ਹੈ। ਰੋਟੀ ਦੇ ਲਈ ਵੀ ਲੋਕ ਜਿਹੜੇ ਆ ਤੜਫ ਰਹੇ ਸੀ। ਦ ਫੈਬਰਰੀ ਰੈਵੋਲਿਊਸ਼ਨ ਇਨ ਪੈਟਰੋਗਰਾਡ ਦੀ ਐਸਟੀ ਪੀਟਰਸਬਰਗ ਦਾ ਹੀ ਜਰਮਨ ਨੇਮ ਹੈ। ਤਾਂ ਹੁਣ ਜਿਹੜੀ ਹੈ ਫੈਬਰਰੀ ਰੈਵੋਲਿਊਸ਼ਨ ਸਟਾਰਟ ਹੋ ਚੁੱਕੀ ਸੀ। ਠੀਕ ਹੈ। ਉਸ ਤੋਂ ਬਾਅਦ ਦੀ ਗੱਲ ਹੈ ਇਹ, ਹੌਲੀ ਹੌਲੀ ਜਿਹੜੀ ਕੰਡੀਸ਼ਨ ਹੈ ਇਸੇ ਤਰ੍ਹਾਂ ਵਰਸ ਹੁੰਦੀ ਗਈ। ਤਾਂ ਓਬਵੀਅਸਲੀ ਲੋਕ ਰਾਜੇ ਹੌਲੀ ਹੌਲੀ ਫਿਰ ਕੀ ਕਰਨਗੇ, ਜਦੋਂ ਉਹਨਾਂ ਕੋਲ ਕੋਈ ਕੰਮ ਨਹੀਂ ਹੈਗਾ, ਕੁਛ ਨਹੀਂ ਹੈਗਾ, ਤਾਂ ਲੋਕ ਜਿਹੜੇ ਸਟ੍ਰਾਈਕਸ 'ਤੇ ਉਤਰ ਆਉਂਦੇ ਨੇ। ਠੀਕ ਹੈ। ਇਹ ਉਸ ਦੀਆਂ ਕੁਝ ਘਟਨਾਵਾਂ ਦੀ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ। ਫੈਬਰਰੀ ਰੈਵੋਲਿਊਸ਼ਨ ਦੇ ਨਾਮ ਨਾਲ ਜਿਹੜੀ ਰੈਵੋਲਿਊਸ਼ਨ ਸਟਾਰਟ ਹੋਈ ਸੀ। ਠੀਕ ਹੈ। ਇਨ ਦ ਵਿੰਟਰ ਆਫ 1917 ਪੈਟਰੋਗਰਾਡ ਵਾਜ਼ ਗ੍ਰਿਮ। ਗ੍ਰਿਮ ਦਾ ਕੀ ਮਤਲਬ ਹੁੰਦਾ ਰਾਜੇ, ਜਿੱਥੇ ਮਤਲਬ ਬੜੀ ਭਿਆਨਕ ਸਥਿਤੀ ਹੋ ਗਈ ਸੀ ਪੈਟਰੋਗਰਾਡ ਦੀ। ਠੀਕ ਹੈ। 17 ਦੇ ਵਿੱਚ ਦੇਅਰ ਵਾਜ਼ ਅ ਫੂਡ ਸ਼ਾਰਟੇਜ ਇਨ ਦਾ ਵਰਕਰਸ ਕੁਆਟਰਸ। ਜਿਹੜੇ ਵਰਕਰਸ ਜਿਹੜੇ ਕੁਆਟਰ ਸੀ ਮਤਲਬ ਉਹਦੇ ਘਰਾਂ ਦੇ ਵਿੱਚ ਫੂਡ ਦੀ ਸ਼ਾਰਟੇਜ ਹੋ ਗਈ ਸੀ। ਰੋਟੀ ਵੀ ਉਹਨਾਂ ਨੂੰ ਨਹੀਂ ਮਿਲ ਰਹੀ ਸੀ। 22 ਫਰਵਰੀ ਅ ਲੌਕਆਊਟ ਟੁੱਕ ਪਲੇਸ ਐਟ ਅ ਫੈਕਟਰੀ। ਵਰਕਰਸ ਆਫ 50 other factories joined in sympathy. Women also led and participated in the strikes. This came to be called the International Women's Day। 22 ਫਰਵਰੀ ਜਿਹੜਾ ਕਿ ਅਸੀਂ ਇੰਟਰਨੈਸ਼ਨਲ ਵਿਮੈਨਸ ਡੇ ਦੇ ਨਾਂ 'ਤੇ ਮਨਾਉਂਦੇ ਹਾਂ। ਤਾਂ ਇਹ ਰਾਜੇ ਉੱਥੋਂ ਦੀ ਰਸ਼ੀਆ ਦੀ ਇਹ ਉੱਥੋਂ ਹੀ ਇਹ ਸਟਾਰਟ ਹੋਇਆ।
ਜਿਹੜੇ ਫੈਕਟਰੀ ਵਰਕਰ ਸੀ ਉਹਨਾਂ ਨੇ ਸਟ੍ਰਾਈਕ ਕਰ ਦਿੱਤੀ ਸੀ। ਹੋਰ ਵੀ ਬਹੁਤ ਸਾਰੀਆਂ ਫੈਕਟਰੀਆਂ ਦੇ ਵਰਕਰਸ ਉਸ ਦੇ ਨਾਲ ਆ ਕੇ ਮਿਲ ਗਏ ਸੀ। ਵਿਮੈਨ ਵੀ ਸਟ੍ਰਾਈਕ 'ਤੇ ਬੈਠ ਗਈਆਂ ਸੀ, ਠੀਕ ਹੈ। ਜਦੋਂ ਕਿ ਪਹਿਲਾਂ ਵਿਮੈਨਸ ਨੂੰ ਇੱਦਾਂ ਦੇ ਕੋਈ ਰਾਈਟਸ ਵਗੈਰਾ ਨਹੀਂ ਹੁੰਦੇ ਸੀ, ਪਰ ਫਿਰ ਵਿਮੈਨਸ ਵੀ, ਕਿਉਂਕਿ ਇੰਨੀ ਜ਼ਿਆਦਾ ਸਥਿਤੀ ਲੋਕਾਂ ਦੀ ਖਰਾਬ ਹੋ ਚੁੱਕੀ ਸੀ ਤਾਂ ਹੋਰ ਉਹਨਾਂ ਕੋਲ ਕੋਈ ਮਤਲਬ ਰਿਸੋਰਸ ਹੀ ਨਹੀਂ ਰਹਿ ਗਿਆ ਸੀ। ਅੱਕ ਕੇ ਲੋਕ ਜਿਹੜੇ ਆ ਸਟ੍ਰਾਈਕਸ ਦੇ ਉੱਪਰ ਉਤਰ ਆਏ ਸੀ। The government imposed curfew as the quarters of the fashionable area and official buildings were surrounded by workers। ਜਿਹੜੇ ਲੋਕ ਹੈ ਗਲੀਆਂ ਦੇ ਵਿੱਚ ਆ ਗਏ ਸੀ ਰਾਜੇ, ਸਟ੍ਰਾਈਕਸ ਕਰਨ ਲੱਗ ਪਏ ਸੀ, ਤਾਂ ਗੌਰਮੈਂਟ ਨੂੰ ਇਹ ਸਥਿਤੀ ਨੂੰ ਦੇਖਦੇ ਹੋਏ ਕਰਫਿਊ ਲਗਾਉਣਾ ਪਿਆ, ਠੀਕ ਹੈ। ਨੈਕਸਟ ਔਨ the 24th and the 25th the government called out the cavalry and police to keep an eye on them। ਕਿਉਂਕਿ ਲੋਕ ਜਿਹੜੇ ਆ ਤੁਹਾਨੂੰ ਪਤਾ ਬਹੁਤ ਜ਼ਿਆਦਾ ਭੜਕੇ ਹੋਏ ਸੀ, ਗਲੀਆਂ ਦੇ ਵਿੱਚ ਲੋਕ ਆ ਰਹੇ ਸੀ, ਤਾਂ ਆਫਿਸਿਸ ਵਗੈਰਾ ਜਿਹੜੇ ਗੌਰਮੈਂਟ ਦੇ ਜਿਹੜੀਆਂ ਸੰਸਥਾਵਾਂ ਸੀ ਉਹਨਾਂ ਨੂੰ ਲੋਕ ਘੇਰ ਰਹੇ ਸੀ, ਠੀਕ ਹੈ, ਪ੍ਰੋਟੈਸਟ ਕਰ ਰਹੇ ਸੀ। ਵਾਇਓਲੇਟਡ ਵੀ ਸੀ ਇਹੋ ਜਿਹੀਆਂ ਜਿਹੜੀਆਂ ਸਟ੍ਰਾਈਕ ਸੀ। ਬਹੁਤ ਸਾਰੇ ਰਾਜੇ ਵਿੱਚ ਹੀ ਲੋਕ ਜਿਹੜੇ ਹੁੰਦੇ ਆ ਸ਼ਰਾਰਤੀ ਅਨਸਰ ਵੀ ਹੁੰਦੇ ਆ ਜਿਹੜੇ ਮਤਲਬ ਹਿੰਸਾ ਵਗੈਰਾ ਭੜਕਾ ਦਿੰਦੇ ਆ। ਤਾਂ 24th and 5th ਨੂੰ ਗੌਰਮੈਂਟ ਨੇ ਸਥਿਤੀ ਨੂੰ ਦੇਖਦੇ ਹੋਏ ਕੈਵਲਰੀ ਮੰਗਾ ਲਈ ਸੀ, ਪੁਲਿਸ ਮੰਗਾ ਲਈ ਸੀ, ਤਾਂ ਕਿ ਇਹਨਾਂ ਲੋਕਾਂ ਦੇ ਉੱਪਰੋਂ ਨਿਗਾਹ ਰੱਖ ਸਕਣ ਅਤੇ ਸਥਿਤੀ ਨੂੰ ਕੰਟਰੋਲ ਦੇ ਵਿੱਚ ਰੱਖ ਸਕਣ। ਔਨ 25th February the government suspended the Duma and politicians spoke against the measure। The people were out with force once again। 25th February ਨੂੰ ਗੌਰਮੈਂਟ ਨੇ ਡੂਮਾ ਫਿਰ ਜਿਹੜੀ ਹੈ ਭੰਗ ਕਰ ਦਿੱਤੀ ਸੀ, ਤਾਂ ਇਸ ਚੀਜ਼ ਨੂੰ ਦੇਖ ਕੇ ਲੋਕ ਜਿਹੜੇ ਆ ਹੋਰ ਵੀ ਜ਼ਿਆਦਾ ਗੁੱਸੇ ਹੋ ਗਏ ਅਤੇ ਲੋਕ ਫਿਰ ਦੁਬਾਰਾ ਬੜੀ ਫੋਰਸ ਦੇ ਨਾਲ ਦੁਬਾਰਾ ਉਹਨਾਂ ਨੇ ਅਟੈਕ ਕਰਨੇ ਸ਼ੁਰੂ ਕਰ ਦਿੱਤੇ। ਔਨ 27 the police headquarters were ransacked। people raised slogans and were out in the streets। 27 ਫੈਬਰੀ ਨੂੰ ਲੋਕ ਜਿਹੜੇ ਆ ਪੁਲਿਸ ਹੈਡਕੁਆਟਰਾਂ ਦੇ ਵੱਲ ਵਧਣੇ ਸ਼ੁਰੂ ਹੋ ਗਏ ਅਤੇ ਉਹਨਾਂ ਨੇ ਹੱਥਾਂ ਦੇ ਵਿੱਚ ਸਲੋਗਨ ਫੜ ਕੇ ਨਾਅਰੇਬਾਜ਼ੀਆਂ ਕਰਨੀਆਂ, ਸਟ੍ਰਾਈਕਸ ਕਰਨੀਆਂ ਸ਼ੁਰੂ ਕਰ ਦਿੱਤੀਆਂ। ਗਲੀਆਂ ਦੇ ਵਿੱਚ ਸਾਰੇ ਲੋਕ ਜਿਹੜੇ ਆ ਘਰਾਂ ਤੋਂ ਬਾਹਰ ਨਿਕਲ ਆਏ। ਬੇਸ਼ੱਕ ਕਰਫਿਊ ਲਗਾ ਦਿੱਤਾ ਗਿਆ ਸੀ, ਲੇਕਿਨ ਲੋਕ ਜਿਹੜੇ ਆ ਉਸਦੇ ਅਗੇਂਸਟ ਖੜ੍ਹੇ ਹੋ ਗਏ ਸੀ। ਕੈਵਲਰੀ ਵਾਜ਼ ਕਾਲਡ ਆਊਟ ਅਗੇਨ ਬਟ ਦੇ ਰਿਫਿਊਜ਼ ਟੂ ਫਾਇਰ ਔਨ ਦਾ ਡਿਮੋਨਸਟ੍ਰੇਟਰਸ। ਤਾਂ ਗੌਰਮੈਂਟ ਨੇ ਫਿਰ ਕੈਵਲਰੀ ਨੂੰ ਦੁਬਾਰਾ ਵਾਪਸ ਬੁਲਾ ਲਿਆ, ਲੇਕਿਨ ਉਹ ਜਿਹੜੇ ਆਰਮੀ ਦੇ ਲੋਕ ਸੀ ਉਹਨਾਂ ਨੇ ਇਸ ਚੀਜ਼ ਤੋਂ ਨਾ ਕਰ ਦਿੱਤੀ ਕਿ ਉਹ ਇਹਨਾਂ ਡਿਮੋਨਸਟ੍ਰੇਟ ਕਰਨ ਵਾਲੇ ਲੋਕਾਂ ਉੱਪਰ, ਜਿਹੜੇ ਲੋਕ ਪ੍ਰਦਰਸ਼ਨਕਾਰੀ ਨੇ, ਇਹਨਾਂ ਉੱਪਰ ਕੋਈ ਫਾਇਰਿੰਗ ਵਗੈਰਾ ਨਹੀਂ ਕਰਨਗੇ, ਠੀਕ ਹੈ। ਐਨ ਆਫਿਸਰ ਵਾਜ਼ ਸ਼ਾਟ ਐਟ ਦ ਬੈਰਕਸ ਆਫ ਅ ਰੈਜੀਮੈਂਟ ਐਂਡ ਅਦਰ ਰੈਜੀਮੈਂਟਸ ਮਿਊਟਨੀਡ। ਤਾਂ ਕੀ ਸੀ ਇਸ ਦਾ ਮਤਲਬ ਕੀ ਸੀ, ਕਿਉਂ ਨਾ ਕਰ ਦਿੱਤੀ ਸੀ? ਕਿਉਂਕਿ ਜਿਹੜੇ ਆਰਮੀ ਦੇ ਲੋਕ ਸੀ ਉਹ ਵੀ ਗੌਰਮੈਂਟ ਦੇ ਅਗੇਂਸਟ ਹੋ ਗਏ ਸੀ, ਰਾਜੇ ਦੇ ਅਗੇਂਸਟ ਹੋ ਗਏ ਸੀ, ਠੀਕ ਹੈ। ਉਹ ਵੀ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਨਾਲ ਮਿਲ ਗਏ ਸੀ। ਹੋਰ ਵੀ ਜਿਹੜੀਆਂ ਰੈਜੀਮੈਂਟਸ ਸੀ ਆਰਮੀ ਦੀਆਂ, ਅਲੱਗ-ਅਲੱਗ ਰੈਜੀਮੈਂਟਸ ਹੁੰਦੀਆਂ ਨੇ, ਤਾਂ ਉਹ ਸਾਰੇ ਕੀ ਆ ਉਹਨਾਂ ਨੇ ਵੀ ਮਤਲਬ ਵਿਦਰੋਹ ਕਰਨੇ ਸ਼ੁਰੂ ਕਰ ਦਿੱਤੇ ਸੀ। ਇੱਕ ਅਫਸਰ ਦੇ ਉਹਨੂੰ ਗੋਲੀ ਮਾਰ ਦਿੱਤੀ ਗਈ ਸੀ, ਠੀਕ ਹੈ। ਵੋਟਿੰਗ ਟੂ ਜੁਆਇਨ ਦ ਸਟ੍ਰਾਈਕਿੰਗ ਵਰਕਰਸ, ਜਿਹੜੇ ਸਟ੍ਰਾਈਕਿੰਗ ਵਰਕਰ ਸੀ ਉਹਨਾਂ ਨੂੰ ਜੁਆਇਨ ਕਰਨ ਦੇ ਲਈ ਵੋਟਿੰਗ ਕਰਵਾਈ ਗਈ। ਦੇ ਗੈਦਰਡ ਇਨ ਦ ਈਵਨਿੰਗ ਟੂ ਫਾਰਮ ਅ ਸੋਵੀਅਤ ਔਰ ਕਾਉਂਸਿਲ। ਦਿਸ ਵਾਜ਼ ਦ ਪੈਟਰੋਗ੍ਰੈਡ ਸੋਵੀਅਤ। ਉਹ ਲੋਕ ਜਿਹੜੇ ਸੀ ਆਰਮੀ ਵਗੈਰਾ ਦੇ ਲੋਕ, ਹੋਰ ਵੀ ਬਹੁਤ ਸਾਰੇ ਲੋਕ ਇਕੱਠੇ ਹੋਏ ਤਾਂ ਕਿ ਜਿਹੜੇ ਸਟ੍ਰਾਈਕ ਕਰ ਰਹੇ ਲੋਕ ਨੇ ਉਹਨਾਂ ਦੇ ਨਾਲ ਹੋਰ ਜ਼ਿਆਦਾ ਉਹਨਾਂ ਨੂੰ ਮਤਲਬ ਸਪੋਰਟ ਦਿੱਤੀ ਜਾ ਸਕੇ। ਤਾਂ ਉਹ ਈਵਨਿੰਗ ਟਾਈਮ 'ਤੇ ਉਹਨਾਂ ਨੇ ਇਕੱਠੇ ਹੋ ਕੇ ਸੋਵੀਅਤ ਜਾਂ ਫਿਰ ਜਿਹਨੂੰ ਕੌਂਸਿਲ ਕਹਿੰਦੇ ਆ ਉਹ ਬਣਾਈ, ਠੀਕ ਹੈ। ਔਨ 28th a delegation went to meet the Tsar। the military commanders advised him to abdicate। ਤਾਂ ਇਹ 28th ਨੂੰ ਰਾਜੇ ਇਹਨਾਂ ਲੋਕਾਂ ਦਾ ਇੱਕ ਡੈਲੀਗੇਟ ਜਿਹੜਾ ਹੈਗਾ ਉਹ ਰਾਜਾ ਨੂੰ ਮਿਲਿਆ ਤਾਂ ਕਿ ਜਿਹੜੀ ਸਥਿਤੀ ਹੈ ਕੰਟਰੋਲ ਵਿੱਚ ਕੀਤੀ ਜਾ ਸਕੇ ਔਰ ਲੋਕਾਂ ਦੀਆਂ ਮੰਗਾਂ ਨੂੰ ਮੰਨਿਆ ਜਾ ਸਕੇ। ਦਾ Tsar abdicated on 2 March, ਠੀਕ ਹੈ। The provincial government was formed by the Soviet and Duma leaders to run the country। ਤਾਂ ਜ਼ਾਰ ਨੂੰ ਰਾਜੇ ਹਟਾ ਦਿੱਤਾ ਗਿਆ ਅਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਜਿਹੜੀ ਆ ਉਹ ਬਣਾ ਦਿੱਤੀ ਗਈ ਤਾਂ ਕਿ ਜਿਹੜੇ ਸੋਵੀਅਤ ਹੈ ਐਂਡ ਜਿਹੜੀ ਡੂਮਾ ਲੀਡਰਸ ਹੈ ਉਹ ਸਾਰੇ ਕੰਟਰੀ ਨੂੰ ਕੰਟਰੋਲ ਕਰ ਸਕਣਗੇ, ਉਹੀ ਕੰਟਰੀ ਨੂੰ ਗਵਰਨ ਕਰਨਗੇ, ਠੀਕ ਹੈ। ਦ ਪੀਪਲ ਇਨਵੋਲਵਡ ਵਰ ਦ ਪਾਰਲੀਮੈਂਟੇਰੀਅਨਸ, ਵਰਕਰਸ, ਵੂਮੈਨ ਵਰਕਰਸ, ਸੋਲਜਰਸ ਐਂਡ ਮਿਲਟਰੀ ਕਮਾਂਡਰਸ। ਤਾਂ ਇਹ ਸਾਰੇ ਲੋਕ ਜਿਹੜੇ ਹੈ ਪਾਰਲੀਮੈਂਟ ਦੇ ਵਿੱਚ ਸ਼ਾਮਲ ਹੋ ਗਏ, ਜਿਹੜੇ ਸੋਲਜਰ ਸੀ, ਮਿਲਟਰੀ ਕਮਾਂਡਰ ਸੀ, ਹੋਰ ਵੀ ਬਹੁਤ ਸਾਰੇ ਲੋਕ, ਸਭ ਨੇ ਇਹਨਾਂ ਦਾ ਸਾਥ ਦਿੱਤਾ ਅਤੇ ਇਸ ਤਰ੍ਹਾਂ ਰਾਜੇ ਦੀ ਸ਼ਕਤੀ ਜਿਹੜੀ ਹੈ ਉਸਨੂੰ ਅਬੋਲਿਸ਼ ਕਰ ਦਿੱਤਾ ਗਿਆ, ਠੀਕ ਹੈ। ਨੈਕਸਟ ਹੈ ਇਸ ਦੇ ਇਫੈਕਟਸ ਕੀ ਮਤਲਬ ਇਸ ਦੇ ਪ੍ਰਭਾਵ ਪਏ।
restrictions on public meetings and associations were removed। ਪਬਲਿਕ ਮੀਟਿੰਗ ਜਿਹੜੀਆਂ ਪਹਿਲਾਂ ਲੋਕਾਂ ਨੂੰ ਕੋਈ ਵੀ ਪਬਲਿਕ ਮੀਟਿੰਗ ਕਰਨ ਦਾ ਜਾਂ ਐਸੋਸੀਏਸ਼ਨ ਬਣਾਉਣ ਦਾ ਅਧਿਕਾਰ ਨਹੀਂ ਸੀ, ਤਾਂ ਜਿਹੜੀਆਂ ਵੀ ਉਸ ਦੇ ਉੱਤੇ ਪਾਬੰਦੀਆਂ ਲੱਗੀ ਸੀ ਸਾਰੀਆਂ ਨੂੰ ਰਿਮੂਵ ਕਰ ਦਿੱਤਾ ਗਿਆ, ਹਟਾ ਦਿੱਤਾ ਗਿਆ। ਸੋਵੀਅਤ ਲਾਈਕ ਦਾ ਪੈਟਰੋਗ੍ਰੈਡ ਸੋਵੀਅਤ ਵਰ ਸੈਟ ਅਪ ਐਵਰੀਵੇਅਰ। ਪੈਟਰੋਗ੍ਰੈਡ ਸੋਵੀਅਤ ਜਿਸ ਤਰ੍ਹਾਂ ਦੀ ਮਤਲਬ ਇੱਕ ਯੂਨੀਅਨ ਬਣਾਈ ਗਈ ਸੀ, ਇਸ ਤਰ੍ਹਾਂ ਦੀਆਂ ਸੋਵੀਅਤਸ ਜਗ੍ਹਾ ਜਗ੍ਹਾ 'ਤੇ ਬਣਾ ਦਿੱਤੀਆਂ ਗਈਆਂ। ਠੀਕ ਹੈ। ਇਨ ਇੰਡੀਵਿਜੂਅਲ ਏਰੀਆਜ਼ ਫੈਕਟਰੀ ਕਮੇਟੀਜ਼ ਵਰ ਫਾਰਮਡ ਵਿਚ ਬਿਗੇਨ ਕੁਐਸਚਨਿੰਗ the way industrialists ran their factories। soldier committees were formed in the army। ਮਤਲਬ ਹਰ ਜਗ੍ਹਾ 'ਤੇ ਅਲੱਗ-ਅਲੱਗ ਕਮੇਟੀਆਂ ਬਣਾ ਦਿੱਤੀਆਂ ਗਈਆਂ, ਜਿਵੇਂ ਕਿ ਫੈਕਟਰੀ ਦੇ ਵਿੱਚ ਵੀ ਕਮੇਟੀ ਬਣ ਗਈ ਜਿਹੜੀ ਕਿ ਫੈਕਟਰੀ ਓਨਰਸ ਨੂੰ ਕੁਐਸਚਨ ਕਰ ਸਕਦੀ ਸੀ ਕਿ ਉਹ ਕਿਸ ਤਰ੍ਹਾਂ ਫੈਕਟਰੀਆਂ ਚਲਾ ਰਹੇ ਆ, ਕਿਸ ਤਰ੍ਹਾਂ ਦੇ ਰੂਲ ਰੈਗੂਲੇਸ਼ਨਸ ਬਣਾ ਰਹੇ ਆ, ਕਿਉਂ ਉਹਨਾਂ ਨੂੰ ਫੋਲੋ ਨਹੀਂ ਕਰ ਰਹੇ। ਮੀਨਸ ਕਿ ਵਰਕਰ ਦੀ ਸਪੋਰਟ ਦੇ ਵਿੱਚ ਇੱਦਾਂ ਦੀਆਂ ਕਮੇਟੀਜ਼ ਬਣਾ ਦਿੱਤੀਆਂ ਗਈਆਂ। ਇਸੇ ਤਰ੍ਹਾਂ ਆਰਮੀ ਦੀ ਵੀ ਇੱਕ ਕਮੇਟੀ ਬਣਾ ਦਿੱਤੀ ਗਈ। ਦ ਪ੍ਰੋਵਿਜ਼ਨਲ ਗਵਰਨਮੈਂਟ ਸੌ ਇਟਸ ਪਾਵਰ ਡਿਕਲਾਈਨਿੰਗ ਐਂਡ ਬੋਲਸ਼ੇਵਿਕ ਇਨਫਲੂਐਂਸ ਗਰੋ। ਇਟ ਡਿਸਾਈਡਡ ਟੂ ਟੇਕ ਸਟੈਂਡ ਮੈਜਰਸ ਅਗੇਂਸਟ ਦਾ ਸਪਰੈਡਿੰਗ ਡਿਸਕੋਂਟੈਂਟ। ਤਾਂ ਜਿਹੜੀ ਪ੍ਰੋਵਿਜ਼ਨਲ ਗਵਰਨਮੈਂਟ ਸੀ ਉਸਨੂੰ ਲੱਗਿਆ ਕਿ ਉਸਦੀਆਂ ਪਾਵਰਸ ਜਿਹੜੀਆਂ ਬਿਲਕੁਲ ਖਤਮ ਹੋ ਰਹੀਆਂ ਨੇ, ਔਰ ਬੋਲਸ਼ੇਵਿਕ ਦਾ ਜਿਹੜਾ ਇਨਫਲੂਐਂਸ ਹੈ ਉਹ ਬਿਲਕੁਲ ਹੀ ਬੋਲਸ਼ੇਵਿਕ ਦਾ ਜਿਹੜਾ ਇਨਫਲੂਐਂਸ ਹੈ ਉਹ ਜ਼ਿਆਦਾ ਗਰੋ ਹੋ ਰਿਹਾ। ਠੀਕ ਹੈ। ਤਾਂ ਲੋਕ ਜਿਹੜੇ ਆ ਉਹਨਾਂ ਦੇ ਮੈਜਰਸ ਜਿਹੜੀਆਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਹੋ ਗਈਆਂ। ਬਹੁਤ ਸਾਰੇ ਲੋਕ ਜਿਹੜੇ ਇਸ ਤਰ੍ਹਾਂ ਇਸ ਦੇ ਅਗੇਂਸਟ ਵੀ ਹੋ ਗਏ, ਕਿਉਂਕਿ ਜਿਹਦੀ ਪਾਵਰ ਰਾਜੇ ਮਤਲਬ ਖੋਹੀ ਜਾ ਰਹੀ ਹੈ ਉਹ ਕਦੇ ਵੀ ਉਸ ਦਾ ਸਪੋਰਟ ਨਹੀਂ ਕਰੇਗਾ। ਉਹ ਨਹੀਂ ਚਾਹੇਗਾ ਕਿ ਹਾਂ ਠੀਕ ਹੈ ਕੋਈ ਰਾਜੇ ਨੂੰ ਭਿਖਾਰੀ ਬਣਾ ਦਿੱਤਾ ਜਾਵੇ ਅਤੇ ਰਾਜਾ ਕਹਿ ਦੇਵੇ ਵੀ ਹਾਂ ਠੀਕ ਹੈ ਸਾਰੀ ਜਿਹੜੀ ਪ੍ਰੋਪਰਟੀ ਆ ਭਾਈ ਤੁਸੀਂ ਲੈ ਲਓ। ਇੱਦਾਂ ਪੋਸੀਬਲ ਨਹੀਂ ਹੁੰਦਾ। ਠੀਕ ਹੈ। ਤਾਂ ਓਬਵੀਅਸਲੀ ਕੋਈ ਨਾ ਕੋਈ ਉਸਦੇ ਅਗੇਂਸਟ ਜ਼ਰੂਰ ਖੜਾ ਹੁੰਦਾ। ਇਟ ਰਜਿਸਟਡ ਅਟੈਂਪਟਸ ਬਾਈ ਵਰਕਰਸ ਟੂ ਰਨ ਫੈਕਟਰੀਜ਼ ਐਂਡ ਅਰੈਸਟਡ ਲੀਡਰਸ। ਤਾਂ ਇਸ ਦੇ ਨਾਲ ਕੀ ਹੋਇਆ, ਜਿਹੜੇ ਵਰਕਰਸ ਸੀ, ਇਹਦਾ ਮਤਲਬ ਇਹ ਸੀ ਕਿ ਜਿਹੜੇ ਲੀਡਰਸ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ, ਔਰ ਜਿਹੜੇ ਬਾਕੀ ਫੈਕਟਰੀਜ਼ ਵਗੈਰਾ ਜਿਹੜਾ ਚਲਾਉਣ ਦਾ ਕੰਮ ਸੀ ਉਹ ਵਰਕਰਸ ਦੇ ਹੱਥਾਂ ਵਿੱਚ ਆ ਗਿਆ। ਪੀਜ਼ੈਂਟਸ ਐਂਡ ਸੋਸ਼ਲਿਸਟ ਰੈਵੋਲੂਸ਼ਨਰੀ ਲੀਡਰਸ ਪ੍ਰੈਸਡ ਫॉर ਅ ਰੀਡਿਸਟ੍ਰੀਬਿਊਸ਼ਨ ਆਫ ਲੈਂਡ। ਠੀਕ ਹੈ। ਲੈਂਡ ਕਮੇਟੀਜ਼ ਵਰ ਫਾਰਮਡ ਐਂਡ ਪੀਜ਼ੈਂਟਸ ਸੀਜ਼ਡ ਲੈਂਡ ਬਿਟਵੀਨ ਜੁਲਾਈ ਐਂਡ ਸੈਪਟੈਂਬਰ 1917। ਜੁਲਾਈ ਤੋਂ ਸੈਪਟੈਂਬਰ ਤੱਕ ਜਿਹੜੀ ਲੈਂਡ ਕਮੇਟੀਜ਼ ਬਣਾ ਦਿੱਤੀਆਂ ਗਈਆਂ, ਜਿਹੜੀ ਕਿ ਕਿਸਾਨਾਂ ਦੇ ਵਿੱਚ ਜਿਹੜੀ ਲੈਂਡ ਹੈ ਉਸਨੂੰ ਢੰਗ ਨਾਲ ਮਤਲਬ ਡਿਵਾਈਡ ਕਰ ਸਕਣਗੇ। ਠੀਕ ਹੈ। ਪੀਜ਼ੈਂਟਸ ਐਂਡ ਸੋਸ਼ਲਿਸਟ ਰੈਵੋਲੂਸ਼ਨਰੀ ਲੀਡਰਸ ਪ੍ਰੈਸਡ ਫॉर ਅ ਰੀਡਿਸਟ੍ਰੀਬਿਊਸ਼ਨ ਆਫ ਲੈਂਡ। ਇਹ ਜਿਹੜੇ ਪੀਜ਼ੈਂਟਸ ਸੀ, ਕਿਸਾਨ ਸੀ, ਤਾਂ ਜਿਹੜੇ ਹੋਰ ਰੈਵੋਲੂਸ਼ਨਰੀ ਸੀ ਜਿਨ੍ਹਾਂ ਨੇ ਸਾਰੀ ਚੇਂਜ ਲੈ ਕੇ ਆਂਦੀ ਸੀ। ਠੀਕ ਹੈ। ਜਿਹੜੇ ਸੋਸ਼ਲਿਸਟ ਸੀ, ਲੋਕਾਂ ਦਾ ਭਲਾ ਚਾਹੁਣ ਵਾਲੇ ਲੀਡਰ ਸੀ, ਤਾਂ ਉਹਨਾਂ ਸਾਰਿਆਂ ਨੇ ਇਹ ਮਤਲਬ ਸੋਚਿਆ ਕਿ ਹੁਣ ਜਿਹੜੀ ਲੈਂਡ ਹੈ ਉਸਨੂੰ ਦੁਬਾਰਾ ਤੋਂ ਡਿਸਟਰੀਬਿਊਟ ਕੀਤਾ ਜਾਵੇ। ਤਾਂ ਇਸ ਚੀਜ਼ ਦੇ ਲਈ ਉਹਨਾਂ ਨੇ ਅਲੱਗ-ਅਲੱਗ ਕਮੇਟੀਜ਼ ਬਣਾ ਲਈਆਂ। ਠੀਕ ਹੈ। ਤਾਂ ਕਿ ਜਿਹੜੀ ਲੈਂਡ ਹੈ ਉਸਨੂੰ ਢੰਗ ਨਾਲ ਡਿਵਾਈਡ ਕੀਤਾ ਜਾ ਸਕੇ, ਸਾਰੇ ਲੋਕਾਂ ਨੂੰ ਇਕੁਅਲ ਮਿਲ ਸਕੇ। ਨੈਕਸਟ ਆਪਾਂ ਗੱਲ ਕਰਦੇ ਹਾਂ ਨੈਕਸਟ ਵੀਡੀਓ ਦੇ ਵਿੱਚ।